ਦੁਸ਼ਮਣ ਦਲਾਂ ਉੱਤੇ ਵਿਜੇ ਪ੍ਰਾਪਤ ਕਰਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵੇਸਲੇ ਹੋ ਕੇ ਨਹੀਂ ਸਨ ਬੈਠ ਗਏ। ਉਹਨਾਂ ਨੂੰ ਪਤਾ ਸੀ ਕਿ ਹਾਰ ਖਾ ਕੇ ਗਈ ਹੋਈ ਸ਼ਾਹੀ ਸੈਨਾ ਤੇ ਪਹਾੜੀਏ ਅੱਗੇ ਨਾਲੋਂ ਵਧੇਰੇ ਤਿਆਰੀ ਕਰਕੇ ਫੇਰ ਛੇਤੀ ਹੀ ਸਾਡੇ ਉੱਤੇ ਹਮਲਾ ਕਰਨਗੇ। ਇਸ ਵਾਸਤੇ ਆਪ ਜੀ ਨੇ ਅਨੇਕ ਪ੍ਰਕਾਰ ਦੇ ਤੀਰ, ਬਰਸ਼ੇ, ਤਲਵਾਰਾਂ, ਬੰਦੂਕਾਂ ਆਦਿਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਸਤਰ ਤਿਆਰ ਕਰਨ ਵਾਸਤੇ ਕਾਰੀਗਰ ਲਾ ਦਿੱਤੇ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸ਼ਸਤਰਧਾਰੀ ਸਿੰਘ ਸੈਨਾ ਤਿਆਰ ਕਰਨੀ ਆਰੰਭ ਕਰ ਦਿੱਤੀ। ਯੁੱਧ ਵਿਦਿਆ ਦੇਣ ਵਾਸਤੇ ਸਤਿਗੁਰੂ ਜੀ ਆਪਣੇ ਯੋਧਿਆਂ ਨੂੰ ਸ਼ਿਕਾਰ ਖੇਡਣ ਵਾਸਤੇ ਪਹਾੜੀ ਦੂਨਾਂ ਵਿੱਚ ਲੈ ਜਾਂਦੇ ਸਨ। ਜਿਹੜਾ ਕੋਈ ਪਹਾੜੀਆ ਅਕਾਰਨ ਹੀ ਵਿੱਚ ਆ ਰੋਕ ਪਾਉਂਦਾ, ਉਸ ਨੂੰ ਸ਼ਸਤਰਾਂ ਨਾਲ ਸਿੱਧਾ ਕਰਕੇ ਆਪਣੀ ਲੋੜ ਅਨੁਸਾਰ ਚਾਰਾ ਅਤੇ ਦੁੱਧ, ਦਹੀਂ, ਅਨਾਜ ਯਥਾਰਥ ਦਾਮ ਦੇ ਕੇ ਪਿੰਡਾਂ ਵਿੱਚੋਂ ਇਕੱਠਾ ਕਰਕੇ ਯੋਧੇ ਨਿੱਤਾ ਪ੍ਰਤੀ ਲੈ ਆਉਂਦੇ ਸਨ। ਗਰੀਬ ਲੋਕ ਤੁਰਕਾਂ ਦੇ ਜਾਂ ਪਹਾੜੀ ਰਾਜਿਆਂ ਦੇ ਲਤਾੜੇ ਹੋਏ ਸਨ। ਉਹ ਖੰਡੇ ਦੀ ਪੌਲ ਲੈ ਕੇ ਸ਼ਸਤਰਧਾਰੀ ਹੋ ਕੇ ਆਪਣੇ ਆਪ ਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਸਮਝਦੇ ਅਤੇ ਗੁਰੂ ਜੀ ਤੋਂ ਬਿਨਾਂ ਹੋਰ ਕਿਸੇ ਦੀ ਪਰਵਾਹ ਨਹੀਂ ਕਰਦੇ। ਜੇ ਕੋਈ ਉਹਨਾਂ ਨੂੰ ਪਹਿਲਾਂ ਵਾਂਗੂ ਹੀ ਕੋਈ ਨੀਵੀਂ ਕਾਰ ਤਥਾ ਵਿਗਾਰ ਕਰਨ ਨੂੰ ਆਖਦਾ ਹੈ ਤਾਂ ਉਸ ਨੂੰ ਸ਼ਸਤਰ ਨਾਲ ਠੱਪ ਦਿੰਦੇ ਸਨ। ਜਿਹੜੇ ਲੋਕ ਪਹਿਲਾਂ ਕਦੇ ਇਸ਼ਨਾਨ ਨਹੀਂ ਸਨ ਕਰਦੇ, ਮੈਲੇ ਕੁਚੈਲੇ ਰਹਿੰਦੇ ਸਨ, ਉਹ ਹੁਣ ਬ੍ਰਾਹਮਣਾਂ ਨਾਲੋਂ ਵੀ ਚੰਗੇ ਤੇ ਉੱਤਮ ਹੋ ਗਏ। ਜਿਨ੍ਹਾਂ ਸ਼ੂਦਰਾਂ ਨੇ ਕਦੇ ਇੱਕ ਅੱਖਰ ਨਹੀਂ ਸੀ ਪੜ੍ਹਿਆ, ਉਹ ਵਿੱਦਿਆ ਪੜ੍ਹ ਕੇ ਪੰਡਤ ਹੋ ਗਏ। ਇਸ ਤਰ੍ਹਾਂ ਗੁਰੂ ਜੀ ਨੇ ਗਰੀਬ ਲੋਕਾਂ ਨੂੰ, ਜੋ ਗਿੱਦੜਾਂ ਦੇ ਤੁੱਲ ਡਰਪੋਕ ਤੇ ਕਮਜ਼ੋਰ ਸਨ, ਉਹਨਾਂ ਨੂੰ ਅੰਮ੍ਰਿਤ ਛਕਾ ਕੇ, ਸ਼ਸਤਰ ਪਹਿਨਾ ਕੇ, ਰਹਿਤ ਬਹਿਤ ਸਿਖਾ ਕੇ ਅਤੇ ਵਿੱਦਿਆ ਪੜ੍ਹਾ ਕੇ ਹਰ ਤਰ੍ਹਾਂ ਸ਼ੇਰ ਸਮਾਨ ਯੋਧੇ, ਬਹਾਦਰ ਵਿਦਵਾਨ ਅਤੇ ਕੇਸ, ਕੱਛ ਅਤੇ ਦਸਤਾਰ ਸਜਾ ਕੇ ਸਿੰਘ ਰੂਪ ਬਣਾ ਦਿੱਤਾ। ਜਿਹੜੇ ਪਹਿਲਾਂ ਮਿਹਨਤ ਮਜ਼ਦੂਰੀਆਂ ਕਰਦੇ ਸਨ, ਉਹ ਹੁਣ ਘੋੜਿਆਂ ਤੇ ਸਵਾਰ ਹੋ ਕੇ ਯੋਧੇ ਬਣ ਗਏ। ਜਿਨ੍ਹਾਂ ਨੂੰ ਪਹਿਲਾਂ ਲੋਕ ਪਰਲੋਕ ਦੀ ਕੋਈ ਖਬਰ ਨਹੀਂ ਸੀ, ਉਹ ਹੁਣ ਸਤਨਾਮ ਦਾ ਸਿਮਰਨ ਕਰਕੇ ਤਰ ਗਏ। ਇਸ ਤਰ੍ਹਾਂ ਸਤਿਗੁਰੂ ਜੀ ਦੇ ਬਲ, ਬੁੱਧ ਅਤੇ ਨੀਤੀ ਨਿਪੁੰਨ ਸੂਰਮ ਗਤੀ ਦੀ ਕਿਹੜੀ ਵਡਿਆਈ ਕੀਤੀ ਜਾਵੇ। ਆਪ ਜੀ ਵਰਗਾ ਅੱਗੇ ਜਗਤ ਵਿੱਚ ਐਸਾ ਕੋਈ ਨਹੀਂ ਹੋਇਆ ਜਿਸ ਨੇ ਸੰਸਾਰ ਵਿੱਚ ਇਤਨੇ ਵੱਡੇ ਕੰਮ ਲੋਕ ਭਲਾਈ ਵਾਸਤੇ ਅਥਵਾ ਨੀਚਾਂ ਨੂੰ ਉੱਚਿਆਂ ਕਰਨ ਵਾਸਤੇ ਕੀਤੇ ਹੋਣ। ਆਪ ਜੀ ਨੇ ਤੁਰਕਾਂ ਦਾ ਰਾਜ ਤੇਜ ਨਾਸ਼ ਕਰਕੇ ਹਿੰਦੂ ਧਰਮ ਨੂੰ ਬਚਾ ਲਿਆ। ਜਿਹੜਾ ਆਪ ਜੀ ਦੇ ਇਸ ਉਪਕਾਰ ਨੂੰ ਨਹੀਂ ਜਾਣਦਾ, ਉਸ ਵਰਗਾ ਹੋਰ ਕੋਈ ਅਕ੍ਰਿਤ ਘਣ ਨਹੀਂ ਹੋਵੇਗਾ। ਸਤਿਗੁਰੂ ਜੀ ਧੰਨ ਹਨ ਜਿਨ੍ਹਾਂ ਨੇ ਧਰਤੀ ਦਾ ਭਾਰ ਦੂਰ ਕਰਨ ਵਾਸਤੇ ਖਾਲਸਾ ਪੰਥ ਪ੍ਰਗਟ ਕੀਤਾ ਹੈ। ਆਪ ਜੀ ਨੇ ਪਹਾੜੀ ਰਾਜਿਆਂ ਨਾਲ ਝਗੜਾ ਰੱਖਿਆ, ਜਿਨ੍ਹਾਂ ਦੀ ਸਹਾਇਤਾ ਵਾਸਤੇ ਤੁਰਕ ਆਉਂਦੇ ਸਨ ਅਤੇ ਜਿਉਂ-ਜਿਉਂ ਤੁਰਕ ਆਉਂਦੇ ਸਨ ਤਿਉਂ-ਤਿਉਂ ਹੀ ਗੁਰੂ ਜੀ ਉਹਨਾਂ ਨੂੰ ਮਾਰ ਕੇ ਮੈਦਾਨ ਸਾਫ਼ ਕਰੀ ਜਾਂਦੇ ਸਨ। ਇਹ ਵਿਉਂਤ ਆਪ ਜੀ ਨੇ ਤੁਰਕਾਂ ਦੇ ਮਾਰਨ ਵਾਸਤੇ ਹੀ ਬਣਾਈ ਹੋਈ ਸੀ। ਆਪ ਜੀ ਨੇ ਐਸੀ ਮਾਇਆ ਰਚੀ ਕਿ ਭੀਮ ਚੰਦ ਆਦਿਕ ਪਹਾੜੀ ਰਾਜੇ ਆਪ ਜੀ ਨਾਲ ਮਿਲਣ ਦੀ ਥਾਂ ਤੁਰਕਾਂ ਦੀ ਸ਼ਰਨ ਵਿੱਚ ਪੈਣ ਨੂੰ ਹੀ ਚੰਗਾ ਸਮਝਦੇ ਸਨ। ਹੁਣ ਹਾਰ ਖਾ ਕੇ ਪਹਾੜੀ ਰਾਜੇ ਆਪਸ ਵਿੱਚ ਮਿਲ ਕੇ ਸਲਾਹਾਂ ਕਰਨ ਲੱਗੇ ਕਿ ਪੈਂਡੇ ਖਾਂ ਮਾਰਿਆ ਗਿਆ ਹੈ, ਦੀਨਾ ਬੇਗ ਫੱਟੜ ਹੋ ਕੇ ਭੱਜ ਗਿਆ ਹੈ, ਬਹੁਤ ਸਾਰੀ ਸ਼ਾਹੀ ਸੈਨਾ ਵੀ ਮਾਰੀ ਗਈ ਹੈ। ਫੇਰ ਸਾਡੀ ਫੌਜ ਗੁਰੂ ਜੀ ਅੱਗੇ ਕਿਸ ਤਰ੍ਹਾਂ ਠਹਿਰ ਸਕਦੀ ਹੈ। ਔਰੰਗਜ਼ੇਬ ਦੱਖਣ ਗਿਆ ਹੋਇਆ ਹੈ, ਉਸ ਨੂੰ ਇਹ ਸਾਰੀ ਵਾਰਤਾ ਜਸੂਬਾ ਲਿਖ ਕੇ ਭੇਜੇ ਤਾਂ ਅਸੀਂ ਵੀ ਆਪਣੇ ਵਕੀਲ ਬਾਦਸ਼ਾਹ ਪਾਸ ਭੇਜ ਦਈਏ, ਜੋ ਗੁਰੂ ਜੀ ਦੀ ਜੋਰਾਵਰੀ ਦਾ ਸਾਰਾ ਹਾਲ ਉਸ ਨੂੰ ਦੱਸੇ। ਇਹ ਸਭ ਕੁਝ ਸੁਣ ਕੇ ਸ਼ਾਹ ਗੁੱਸੇ ਵਿੱਚ ਆਣ ਕੇ ਇੱਕ ਵੱਡਾ ਲਸ਼ਕਰ ਸਾਡੀ ਮਦਦ ਲਈ ਭੇਜ ਦੇਵੇਗਾ। ਫਿਰ ਅਸੀਂ ਗੁਰੂ ਜੀ ਨੂੰ ਮਾਰਨ ਵਿੱਚ ਜਾਂ ਆਨੰਦਪੁਰ ਤੋਂ ਕੱਢ ਦੇਣ ਵਿੱਚ ਸਫਲ ਹੋ ਸਕਾਂਗੇ ਅਤੇ ਸਾਡਾ ਰਾਜ ਟਿਕ ਸਕੇਗਾ। ਇਸ ਤਰ੍ਹਾਂ ਦੀਆਂ ਗੋਂਦਾਂ ਗੁੰਦ ਕੇ ਰਾਜਿਆਂ ਨੇ ਫਿਰ ਬਹੁਤ ਕੀਮਤੀ ਭੇਟਾ ਦਿੱਲੀ ਭੇਜਣ ਵਾਸਤੇ ਤਿਆਰੀ ਕਰ ਲਈ। ਜਦ ਇਹ ਗੱਲ ਹੰਡੂਰੀਏ ਰਾਜੇ ਨੇ ਸੁਣੀ ਤਾਂ ਉਸਨੇ ਕਿਹਾ, ਸਾਨੂੰ ਬਾਦਸ਼ਾਹ ਪਾਸ ਪੁਕਾਰ ਕਰਨੀ ਠੀਕ ਨਹੀਂ ਹੈ। ਸਾਡੀ ਸਾਰੇ ਪਹਾੜੀ ਰਾਜਿਆਂ ਦੀ ਆਪਣੀ 3 ਲੱਖ ਫੌਜ ਹੈ। ਸਾਰੇ ਇੱਕ ਹੋ ਕੇ ਫੌਜ ਇਕੱਠੀ ਕਰਕੇ ਗੁਰੂ ਜੀ ਦਾ ਟਾਕਰਾ ਕਰੀਏ। ਗੁਰੂ ਜੀ ਪਾਸ ਇਤਨੀ ਫੌਜ ਕਿੱਥੇ, ਜਿਸ ਦੇ ਆਸਰੇ ਉਹ ਸਾਡੇ ਤੋਂ ਆਕੀ ਹੋ ਕੇ ਬੈਠਾ ਰਹੇਗਾ। ਆਨੰਦਪੁਰ ਨੂੰ 4 ਚੁਫੇਰੇ ਤੋਂ ਘੇਰਾ ਪਾ ਕੇ ਉਹਨਾਂ ਦਾ ਰਸਦ ਪਾਣੀ ਬੰਦ ਕਰ ਦਿਆਂਗੇ, ਜਿਸ ਨਾਲ ਤੰਗ ਹੋ ਕੇ ਉਹ ਆਪਣੇ ਆਪ ਹੀ ਕੁਝ ਦਿਨਾਂ ਉਪਰੰਤ ਆਨੰਦਪੁਰ ਨੂੰ ਖਾਲੀ ਕਰ ਜਾਏਗਾ। ਜੇ ਅੰਦਰੋਂ ਆਪ ਨਹੀਂ ਨਿਕਲੇਗਾ ਤਾਂ ਅਸੀਂ ਹੱਲਾ ਕਰਕੇ ਕਿਲੇ ਆਨੰਦਗੜ੍ਹ ਨੂੰ ਮਾਰ ਲਵਾਂਗੇ। ਜੇ ਫੇਰ ਸਾਡੇ ਕੋਈ ਵਸ ਨਾ ਚੱਲੇ ਤਾਂ ਫੇਰ ਅਸੀਂ ਬਾਦਸ਼ਾਹ ਪਾਸ ਜਾਣ ਦੀ ਗੱਲ ਸੋਚਾਂਗੇ।
ਅਜੇ ਤੱਕ ਅਸੀਂ ਗੁਰੂ ਜੀ ਨਾਲ ਗੱਜ ਵੱਜ ਕੇ ਨਹੀਂ ਲੜੇ, ਇਸ ਕਰਕੇ ਸਾਨੂੰ ਪਹਿਲਾਂ ਲੜ ਕਰਕੇ ਆਪਣਾ ਬਲ ਵਿਖਾਉਣਾ ਚਾਹੀਦਾ ਹੈ। ਸਾਡੇ ਪਾਸ ਸੈਂਕੜੇ ਪਿੰਡ ਗੁੱਜਰਾਂ ਦੇ ਹਨ ਜੋ ਲੜਨ ਵਾਸਤੇ ਪ੍ਰਸਿੱਧ ਹਨ। ਫਿਰ ਰੰਗੜਾਂ ਦੇ ਪਿੰਡ ਵੀ ਹਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਲ ਨੇ ਦੁੱਖ ਦੇ ਕੇ ਮਾਰਿਆ ਹੈ। ਉਹਨਾਂ ਸਾਰਿਆਂ ਗੁੱਜਰਾਂ ਤੇ ਰੰਗੜਾਂ ਨੂੰ ਬੁਲਾ ਲਵੋ ਜੋ ਹਜ਼ਾਰਾਂ ਦੀ ਗਿਣਤੀ ਵਿੱਚ ਹਨ। ਹੋਰ ਰਾਜੇ ਜੈਸਾ ਕਿ ਰਾਜਾ ਕਟੋਚੀਆ, ਨੂਰਪੁਰੀਆ, ਮੰਡੀਪਤੀ, ਕੁੱਲੂ, ਕਿਉਂਥਲ, ਗੁਲੇਰੀਆ, ਚੰਦੇਰੀਆ, ਸ਼੍ਰੀਨਗਰ ਦਾ ਗੜਵਾਲੀਆ, ਰਾਮਪੁਰ, ਬੁਸ਼ਹਿਰੀਆ ਤੇ ਡਲਵਾਲੀਆ ਆਦਿਕ ਸਾਰਿਆਂ ਨੂੰ ਵੀ ਸੱਦ ਲਵੋ ਅਤੇ ਸਾਰੇ ਮਿਲ ਕੇ ਗੁਰੂ ਜੀ ਉੱਤੇ ਧਾਵਾ ਬੋਲ ਦਈਏ। ਜਿਹੜਾ ਇਸ ਧਾਵੇ ਵਿੱਚ ਸਾਡੇ ਸੱਦੇ ਉੱਤੇ ਆਣ ਕੇ ਸ਼ਾਮਲ ਨਾ ਹੋਵੇ ਉਸ ਨੂੰ ਅਸੀਂ ਆਪਣਾ ਦੁਸ਼ਮਣ ਸਮਝਾਂਗੇ। ਜਦ ਰਾਜਾ ਹੰਡੂਰੀਆ ਨੇ ਭੀਮ ਚੰਦ ਨੂੰ ਇਹ ਸਲਾਹ ਦਿੱਤੀ ਤਾਂ ਉਸਨੇ ਕਿਹਾ, ਤੁਹਾਡੀ ਸਲਾਹ ਬਿਲਕੁਲ ਠੀਕ ਹੈ। ਜੇ ਅਸੀਂ ਸਾਰੇ ਇਕਮੁੱਠ ਹੋ ਕੇ ਲੜੀਏ ਤਾਂ ਸਾਡੇ ਅੱਗੇ ਕੌਣ ਠਹਿਰ ਸਕਦਾ ਹੈ? ਹੋਰ ਕਿਸੇ ਦੀ ਫੇਰ ਕਿਹੜੀ ਗੱਲ ਹੈ? ਦਿੱਲੀ ਦਾ ਬਾਦਸ਼ਾਹ ਵੀ ਸਾਡੇ ਪਾਸੋਂ ਭੈ ਖਾਏਗਾ। ਸਾਰਿਆਂ ਨੂੰ ਲਿਖ ਦਿਓ ਕਿ ਅਸਾਂ ਗੁਰੂ ਜੀ ਉੱਤੇ ਚੜ੍ਹਾਈ ਕਰਨੀ ਹੈ। ਜੇ ਤੁਸੀਂ ਸਾਡੇ ਨਾਲ ਸ਼ਾਮਲ ਨਹੀਂ ਹੋਵੋਗੇ ਤਾਂ ਗੁਰੂ ਸਾਡਾ ਰਾਜ ਛੀਨ ਲਵੇਗਾ। ਜੇ ਆਪਣੇ ਰਾਜ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਗੁਰੂ ਨਾਲ ਲੜਨ ਵਾਸਤੇ ਆਪੋ ਆਪਣੀ ਸੈਨਾ ਲੈ ਕੇ ਸਾਡੇ ਨਾਲ ਆਣ ਕੇ ਮਿਲ ਜਾਓ। ਇਸ ਤਰ੍ਹਾਂ ਦੋਹਾਂ ਕਹਿਲੂਰ ਪਤੀ ਅਤੇ ਹੰਡੂਰੀਏ ਰਾਜੇ ਨੇ ਸਲਾਹ ਕਰਕੇ ਸਾਰੇ ਪਹਾੜੀ ਰਾਜਿਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਅਤੇ ਆਪਣੀ ਸੈਨਾ ਨੂੰ ਸ਼ਸਤਰਾਂ ਅਸਤਰਾਂ ਨਾਲ ਤਿਆਰ ਕਰ ਲਿਆ। ਭੀਮ ਚੰਦ ਵੱਲੋਂ ਜਦੋਂ ਉਪਰੋਕਤ ਭਾਵ ਦੀਆਂ ਚਿੱਠੀਆਂ ਮਿਲੀਆਂ ਤਾਂ ਉਹ ਵੀ ਸਾਰੇ ਰਾਜੇ ਆਪੋ ਆਪਣੀਆਂ ਫੌਜਾਂ ਨੂੰ ਲੈ ਕੇ ਕਹਿਲੂਰ ਆ ਗਏ। ਸਾਰੇ ਰਾਜਿਆਂ ਨੂੰ ਭੀਮ ਚੰਦ ਨੇ ਸੰਬੋਧਨ ਕਰਕੇ ਆਖਿਆ, ਇਹ ਗੁਰੂ ਜੀ ਦਾ ਖਾਲਸਾ ਸਾਡਾ ਇੱਕ ਵੱਡਾ ਵੈਰੀ ਪ੍ਰਗਟ ਹੋ ਗਿਆ ਹੈ। ਇਹਨਾਂ ਦੇ ਨਾਲ ਸ਼ਾਮ ਦਾਮ ਅਤੇ ਭੇਦ ਦਾ ਸਾਡਾ ਕੋਈ ਉਪਾਅ ਨਹੀਂ ਬਣਿਆ। ਇਸ ਕਰਕੇ ਹੁਣ ਸਾਨੂੰ ਇਹਨਾਂ ਨਾਲ ਲੜਾਈ ਕਰਕੇ ਹੀ ਆਪਣੇ ਰਾਜ ਕਾਇਮ ਰੱਖਣੇ ਪੈਣਗੇ। ਭੀਮ ਚੰਦ ਦੀ ਇਹ ਗੱਲ ਸੁਣ ਕੇ ਸਾਰੇ ਰਾਜਿਆਂ ਆਖਿਆ, ਅਸੀਂ ਤੁਹਾਡੀ ਇਹ ਗੱਲ ਪ੍ਰਵਾਨ ਕਰਦੇ ਹਾਂ ਅਤੇ ਲੜਨ ਮਰਨ ਨੂੰ ਤਿਆਰ ਹਾਂ। ਇਸ ਉਪਰੰਤ ਸਾਰੇ ਰਾਜਿਆਂ ਨੇ ਜੰਗ ਦੀ ਤਿਆਰੀ ਕਰਕੇ ਲੜਾਈ ਦਾ ਨਗਾਰਾ ਵਜਾ ਕੇ ਅਨੰਦਪੁਰ ਉੱਤੇ ਚੜ੍ਹਾਈ ਕਰ ਦਿੱਤੀ। 2-3 ਕੋਹ ਅੱਗੇ ਜਾ ਕੇ ਫੌਜਾਂ ਦੇ ਡੇਰੇ ਲਾ ਕਰਕੇ ਸਤਿਗੁਰ ਜੀ ਨੂੰ ਭੀਮ ਚੰਦ ਨੇ ਆਪਣੇ ਇੱਕ ਦੂਤ ਰਾਹੀਂ ਚਿੱਠੀ ਭੇਜੀ, ਇਹ ਅਨੰਦਪੁਰ ਜਿੱਥੇ ਤੁਸੀਂ ਵਸਦੇ ਹੋ ਇਹ ਸਾਡੀ ਜਗ੍ਹਾ ਹੈ। ਜੇ ਇੱਥੇ ਵਸਣਾ ਚਾਹੁੰਦੇ ਹੋ ਤਾਂ ਜਿਸ ਤਰ੍ਹਾਂ ਹੋਰ ਪ੍ਰਜਾ ਸਾਨੂੰ ਮਾਲਕਾਨਾ ਦਿੰਦੀ ਹੈ ਤੁਸੀਂ ਵੀ ਦਿਆ ਕਰੋ, ਨਹੀਂ ਤਾਂ ਅਨੰਦਪੁਰ ਖਾਲੀ ਕਰ ਜਾਓ। ਜੇ ਦੋਹਾਂ ਵਿੱਚੋਂ ਕੋਈ ਗੱਲ ਨਹੀਂ ਕਰੋਗੇ ਤਾਂ ਯੁੱਧ ਹੋਵੇਗਾ। ਅੱਗੇ ਤੁਹਾਡਾ ਤੁਰਕਾਂ ਨਾਲ ਵੀ ਝਗੜਾ ਹੈ। ਫੇਰ ਜੇ ਸਾਡੇ ਨਾਲ ਵੀ ਵਿਰੋਧ ਵੱਧ ਗਿਆ ਤਾਂ ਦੋਹਾਂ ਪਾਸਿਆਂ ਤੋਂ ਤੁਹਾਡੇ ਉੱਤੇ ਟੁੱਟ ਕੇ ਪੈ ਜਾਵਾਂਗੇ। ਫੇਰ ਤੁਹਾਡਾ ਅਨੰਦਪੁਰ ਵਿੱਚੋਂ ਨਿਕਲਣਾ ਕਠਿਨ ਹੋ ਜਾਏਗਾ। ਇਸ ਵਾਸਤੇ ਤੁਸੀਂ ਸਾਨੂੰ ਮਾਲਕਾਨਾ ਮਾਮਲਾ ਦੇ ਦਿਓ ਅਤੇ ਲੜਾਈ ਪੜ੍ਹਾਈ ਦੇ ਵਿਚਾਰ ਛੱਡ ਕੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਵਾਂਗੂ ਸ਼ਾਂਤੀ ਨਾਲ ਰਿਹਾ ਕਰੋ। ਸਿੱਖ ਸੰਗਤਾਂ ਤੋਂ ਧਨ ਪਦਾਰਥ ਭੇਟਾ ਲਵੋ ਅਤੇ ਸਾਨੂੰ ਸਾਲਾਨਾ ਹੱਕ ਦੇਈ ਜਾਵੋ। ਇਸ ਤਰ੍ਹਾਂ ਆਪਣਾ ਜੀਵਨ ਸੁੱਖ ਨਾਲ ਬਤੀਤ ਕਰੋ, ਨਹੀਂ ਤਾਂ ਸਾਡੀ ਜਗ੍ਹਾ ਛੱਡ ਕੇ ਹੋਰ ਕਿਸੇ ਜਗ੍ਹਾ ਜਾ ਵਸੋ। ਹੁਣ ਅਸੀਂ ਸਾਰੇ ਰਾਜੇ ਆਪਣੀ ਸੈਨਾ ਸਹਿਤ ਇਕੱਠੇ ਹੋਏ ਬੈਠੇ ਹਾਂ। ਜੇ ਤੁਸੀਂ ਸਾਡੀ ਗੱਲ ਨਹੀਂ ਮੰਨੋਗੇ ਤਾਂ ਤੁਹਾਨੂੰ ਆਪਣੇ ਜ਼ੋਰ ਨਾਲ ਫੜ ਕੇ ਬਾਹਰ ਕੱਢ ਦਿਆਂਗੇ ਅਤੇ ਅਨੰਦਪੁਰ ਉੱਤੇ ਕਬਜ਼ਾ ਕਰ ਲਵਾਂਗੇ। ਜਦ ਇਹ ਚਿੱਠੀ ਭੀਮ ਚੰਦ ਦੀ ਸਤਿਗੁਰ ਜੀ ਨੂੰ ਪੁੱਜੀ ਤਾਂ ਆਪ ਜੀ ਨੇ ਇਸ ਦਾ ਉੱਤਰ ਲਿਖਵਾਇਆ ਕਿ ਇਹ ਹੰਕਾਰੀ ਭੀਮ ਚੰਦ ਆਪਣੀ ਚਿੱਠੀ ਦਾ ਉੱਤਰ ਧਿਆਨ ਨਾਲ ਸੁਣ ਅਤੇ ਹੋਰ ਆਪਣੇ ਸਾਥੀ ਰਾਜਿਆਂ ਨੂੰ ਵੀ ਦੱਸ ਦੇ। ਜੇ ਤੂੰ ਸਾਡੇ ਪਾਸੋਂ ਪੈਸੇ ਲੈਣਾ ਚਾਹੁੰਦਾ ਹੈ ਤਾਂ ਅਸੀਂ ਤੈਨੂੰ ਪੈਸੇ ਖੰਡੇ ਦੀ ਧਾਰ ਉੱਤੇ ਦੇਵਾਂਗੇ। ਜਦੋਂ ਲੋਹੇ ਨਾਲ ਲੋਹਾ ਖੜਕੇਗਾ ਤਾਂ ਉਸ ਵੇਲੇ ਰੁਪਏ ਤੂੰ ਟਣਕਾ ਕੇ ਖੋਟੇ ਖਰੇ ਪਰਖ ਲਈ। ਹੁਣ ਤੇਰੇ ਨਾਲ ਸਾਡਾ ਕੋਈ ਮਿਲਵਰਤਨ ਨਹੀਂ ਰਿਹਾ। ਜੋ ਤੂੰ ਕਰਨਾ ਚਾਹੁੰਦਾ ਹੈ ਤਕੜਾ ਹੋ ਕੇ ਕਰ ਲਈ, ਪਰੰਤੂ ਜੇ ਤੂੰ ਸੁੱਖ ਲੈਣਾ ਚਾਹੁੰਦਾ ਹੈ ਤਾਂ ਲੜਾਈ ਦਾ ਵਿਚਾਰ ਛੱਡ ਕੇ ਖਾਲਸੇ ਦੀ ਸ਼ਰਨ ਪੈ ਜਾ। ਇਸ ਤਰ੍ਹਾਂ ਗੁਰੂ ਘਰ ਤੋਂ ਤੈਨੂੰ ਸਭ ਕੁਝ ਪ੍ਰਾਪਤ ਹੋ ਸਕੇਗਾ। ਹਾਂ, ਜੇ ਤੂੰ ਆਪਣੇ ਹੰਕਾਰ ਕਰਕੇ ਸਾਨੂੰ ਜੰਗ ਦੇ ਮੈਦਾਨ ਵਿੱਚ ਮਿਲਣਾ ਚਾਹੁੰਦਾ ਹੈ ਤਾਂ ਫੇਰ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ। ਜੈਸੀ ਕਿਸੇ ਦੇ ਹਿਰਦੇ ਦੀ ਭਾਵਨਾ ਹੋਵੇਗੀ ਵੈਸਾ ਹੀ ਫਲ ਪਾਵੇਗੀ। ਜੇ ਤੂੰ ਗੁਰੂ ਘਰ ਦਾ ਸੇਵਕ ਬਣ ਕੇ ਅਨੇਕ ਪ੍ਰਕਾਰ ਦੇ ਸੁੱਖ ਨਹੀਂ ਪਾਉਣਾ ਚਾਹੁੰਦਾ ਤਾਂ ਫਿਰ ਤਕੜਾ ਹੋ ਕੇ ਅੱਗੇ ਆ ਜਾ ਅਤੇ ਰਣਦੱਤੇ ਨੂੰ ਆਣ ਕੇ ਵੇਖ। ਜਦ ਇਹ ਉੱਤਰ ਭੀਮ ਚੰਦ ਨੇ ਆਪਣੇ ਸਾਥੀ ਦੂਸਰੇ ਰਾਜਿਆਂ ਨੂੰ ਸੁਣਾਇਆ ਤਾਂ ਸਭ ਨੇ ਵਿਚਾਰਿਆ ਕਿ ਹੁਣ ਤਾਂ ਗੁਰੂ ਜੀ ਨਾਲ ਜੰਗ ਹੀ ਕਰਨਾ ਪਵੇਗਾ। ਇਸ ਵਾਸਤੇ ਨਗਾਰੇ ਤੇ ਢੋਲ ਵਜਾ ਕੇ 22 ਧਾਰ ਦੇ ਰਾਜਿਆਂ ਨੇ ਚੜ੍ਹਾਈ ਕਰ ਦਿੱਤੀ। ਗੁੱਜਰਾਂ ਦੇ ਆਗੂ ਜਮਤੁੱਲਾ ਭਾਊ ਆਪਣੇ ਨਾਲ ਹਜ਼ਾਰਾਂ ਗੁੱਜਰਾਂ ਦੀ ਫੌਜ ਲੈ ਕੇ ਸਾਰੀ ਪੈਦਲ ਫੌਜ ਦੀ ਅਗਵਾਈ ਕਰਨ ਲੱਗਾ। ਜਦ ਇਸ ਫੌਜੀ ਚੜ੍ਹਾਈ ਦੀ ਖਬਰ ਸਤਿਗੁਰ ਜੀ ਨੂੰ
ਸੂਈਏ ਨੇ ਦਿੱਤੀ ਤਾਂ ਆਪ ਜੀ ਨੇ ਦੀਵਾਨ ਵਿੱਚ ਖਾਲਸੇ ਨੂੰ ਸੰਬੋਧਨ ਕਰਕੇ ਆਖਿਆ, ਖਾਲਸਾ ਜੀ, ਇਸ ਤੋਂ ਵਧੇਰੇ ਹੋਰ ਕੋਈ ਚੰਗੀ ਗੱਲ ਨਹੀਂ ਹੈ ਕਿ ਵੈਰੀ ਦਾ ਟਾਕਰਾ ਡਟ ਕੇ ਕੀਤਾ ਜਾਵੇ। ਨਿਰਭੈ ਹੋ ਕੇ ਸ਼ਤਰੂਆਂ ਉੱਤੇ ਸ਼ਸਤਰ ਚਲਾਓ ਅਤੇ ਦਲਾਂ ਦੇ ਦਲ ਮਾਰ ਕੇ ਜਸ ਪ੍ਰਾਪਤ ਕਰੋ। ਜੋ ਮੁਕਤੀ ਫਲ ਹਜ਼ਾਰਾਂ ਸਾਲ ਤਪ ਕਰਕੇ ਅਤੇ ਘਾਲਣਾ ਘਾਲ ਕੇ ਪ੍ਰਾਪਤ ਨਹੀਂ ਹੁੰਦਾ, ਉਹ ਫਲ ਰਣ ਵਿੱਚ ਨਿਰਭੈ ਹੋ ਕੇ ਲੜ ਕੇ ਮਰਨ ਨਾਲ ਇੱਕ ਛਿਨ ਵਿੱਚ ਪ੍ਰਾਪਤ ਹੋ ਜਾਂਦਾ ਹੈ। ਯੁੱਧ ਵਿੱਚ ਮਰ ਕੇ ਸੁਰਗਾਂ ਦੀ ਪ੍ਰਾਪਤੀ ਹੋਵੇਗੀ ਅਤੇ ਜੋ ਯੁੱਧ ਵਿੱਚ ਜਿੱਤ ਲੈਣਗੇ ਉਹ ਪ੍ਰਿਥਵੀ ਦਾ ਰਾਜ ਕਰਨਗੇ। ਇਸ ਪ੍ਰਕਾਰ ਦੇ ਉਪਦੇਸ਼ ਦੁਆਰਾ ਗੁਰੂ ਜੀ ਨੇ ਖਾਲਸੇ ਨੂੰ ਜੰਗ ਵਿੱਚ ਲੜਨ ਵਾਸਤੇ ਉਤਸ਼ਾਹੀ ਕਰ ਦਿੱਤੀ। ਮਾਝੇ ਮਾਲਵੇ ਦੇ ਹਜ਼ਾਰਾਂ ਸਿੰਘ ਵੀ ਯੁੱਧ ਦੀ ਖਬਰ ਸੁਣ ਕੇ ਗੁਰੂ ਜੀ ਪਾਸ ਪਹੁੰਚ ਗਏ। ਸਿੰਘਾਂ ਨੂੰ ਹੁਕਮ ਕਰਕੇ ਗੁਰੂ ਜੀ ਨੇ ਆਪਣੇ ਦੋਹਾਂ ਕਿਲਿਆਂ ਨੂੰ ਫਤਿਹਗੜ੍ਹ ਅਤੇ ਲੋਹਗੜ੍ਹ ਦੀ ਜਿੱਧਰੋਂ ਸ਼ਤਰੂ ਸੈਨਾ ਨੇ ਆਉਣਾ ਸੀ ਉਹਦੀ ਤਕੜਾਈ ਕਰ ਲਈ। ਇਹ ਦੋਵੇਂ ਕਿਲੇ ਪਹਾੜੀ ਰਾਜਿਆਂ ਦੀ ਫੌਜ ਨੂੰ ਰੋਕਣ ਵਾਸਤੇ ਆਨੰਦਪੁਰ ਤੋਂ ਉੱਤਰ ਦਿਸ਼ਾ ਵੱਲ ਬਣਾਏ ਗਏ ਸਨ। ਇਹਨਾਂ ਦੇ ਨਿਸ਼ਾਨ ਅਜੇ ਵੀ ਕਾਇਮ ਹਨ। ਤੀਸਰਾ ਕਿਲਾ ਆਗਮਪੁਰਾ ਹੋਲਗੜ੍ਹ ਹੈ। ਇਹ ਗੜ੍ਹ ਸ਼ੰਕਰ ਵਾਲੀ ਸੜਕ ਤੇ ਚਰਨ ਗੰਗਾ ਤੋਂ ਪਾਰ ਹੈ। ਬਾਕੀ ਦਾ ਭਾਗ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ। ਸੰਗਤ ਜੀ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।